अस्सलाम वालेकुम सत श्री अकाल प्रणाम दोस्तों। एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਸਮਨਾਬਾਦ ਫੈਸਲਾਬਾਦ, ਜਿੱਥੇ ਇੱਕ ਅਸੀਂ ਐਸੇ ਬਜ਼ੁਰਗ ਦੀ ਸਟੋਰੀ ਰਿਕਾਰਡ ਕਰਨੀ ਆ ਜਿਹੜੀ ਸਰਦਾਰ ਮੁਹੰਮਦ ਇੱਕ ਫਿਲਮ ਬਣੀ ਸੀ ਉਹਨੂੰ ਵੀ ਪਿੱਛੇ ਛੱਡੇਗੀ। ਸਰਦਾਰ ਮੁਹੰਮਦ ਫਿਲਮ ਦੇ ਵਿੱਚ ਜਿਹੜਾ ਬੰਦਾ ਰੱਖਿਆ ਸੀ ਉਹ ਬਾਈ ਚਾਂਸ ਉਹਨਾਂ ਨੂੰ ਮਿਲਿਆ ਸੀ, ਲੇਕਿਨ ਇਹ ਇੱਕ ਸਟੋਰੀ ਸ਼ੁਰੂ ਹੁੰਦੀ ਹੈ ਇੱਕ ਸ਼ਾਦੀ ਵਾਲੇ ਘਰ ਤੋਂ, ਜਿੱਥੇ ਮੇਲ ਇਕੱਠਾ ਹੋਇਆ ਆ, ਆਲੇ ਦੁਆਲੇ ਰਿਸ਼ਤੇਦਾਰ ਇਕੱਠੇ ਹੋਏ ਆ। ਉਹਨਾਂ ਵਿੱਚ ਇੱਕ ਜੋੜਾ ਐਸਾ ਆਉਂਦਾ, ਸਿੱਖਾਂ ਦੇ ਘਰ ਵਿਆਹ ਆ, ਉੱਥੇ ਇੱਕ ਜੋੜਾ ਐਸਾ ਆਉਂਦਾ ਜਿਹਦੇ ਮਤਲਬ ਪਰੋਠੀ ਦਾ ਬੱਚਾ ਹੋਇਆ, ਔਰ ਉਸੇ ਵਿਆਹ ਵਾਲੇ ਘਰ ਇੱਕ ਐਸਾ ਜੋੜਾ ਵੀ ਆਉਂਦਾ ਜਿਹੜਾ ਬੇਔਲਾਦ ਆ, ਜਿਹਦੇ ਔਲਾਦ ਨਹੀਂ, ਕਾਫੀ ਸਾਲਾਂ ਤੋਂ ਸ਼ਾਦੀ ਹੋਈ ਹੈ ਲੇਕਿਨ ਉਹਨਾਂ ਦੇ ਔਲਾਦ ਨਹੀਂ ਸੀ। ਉਹ ਜਿਹੜਾ ਜੋੜਾ ਸਾਹਬੇ ਔਲਾਦ ਸੀ ਉਹ ਉਹਨਾਂ ਨੂੰ ਕਹਿੰਦਾ ਘਰ ਵਾਲਿਆਂ ਨੂੰ ਕਿ ਇਹ ਜਿਹੜੇ ਮਨਹੂਸ ਲੋਕ ਆ ਇਹਨਾਂ ਨੂੰ ਸਾਡੇ ਤੋਂ ਦੂਰ ਕਰ ਦਿਓ, ਇਹਨਾਂ ਦਾ ਪਰਛਾਵਾਂ ਕਿਤੇ ਸਾਡੇ ਬੱਚੇ 'ਤੇ ਨਾ ਪੈ ਜਾਵੇ ਤਾਂ ਕਿ ਸਾਡੇ ਬੱਚੇ ਨੂੰ ਕੋਈ ਨੁਕਸਾਨ ਨਾ ਪਹੁੰਚੇ। ਅਗਰ ਇਹ ਸਾਡੇ ਇੱਥੇ ਕੋਲ ਰਹਿਣਗੇ ਤਾਂ ਅਸੀਂ ਚੱਲ ਜਾਣਾ, ਅਸੀਂ ਇਸ ਵਿਆਹ ਦੇ ਵਿੱਚ ਨਹੀਂ ਸ਼ਾਮਲ ਹੋਣਾ। ਇਸ ਗੱਲ ਨੂੰ ਉਸ ਜੋੜੇ ਨੇ ਵੀ ਸੁਣ ਲਿਆ, ਜਿਹੜੀ ਗੱਲ ਉਹਨਾਂ ਨੇ ਕੀਤੀ ਸੀ ਵੀ ਸਾਡੇ ਆਉਣ ਦਾ ਬੁਰਾ ਮਹਿਸੂਸ ਕੀਤਾ। ਅੱਛਾ, ਰਾਤ ਦਾ ਟਾਈਮ ਹੋ ਗਿਆ, ਤਕਰੀਬਨ ਸ਼ਾਮ ਦਾ ਟਾਈਮ ਹੋ ਗਿਆ, ਹੁਣ ਵਿਚਾਰੇ ਕਿੱਧਰ ਜਾਣ। ਉਹਨਾਂ ਨੇ ਕਿਹਾ ਵੀ ਤੁਸੀਂ ਸਾਈਡ 'ਤੇ ਪੈ ਜਾਓ, ਲੇਕਿਨ ਉਹ ਬੰਦੇ ਜ਼ਾਹਰ ਬੰਦਾ ਇੱਜ਼ਤ ਰਖਾਉਂਦਾ, ਉਹਨਾਂ ਨੇ ਆਪਣਾ ਉੱਥੋਂ ਕੂਚ ਕਰਨ ਦੀ ਬਜਾਏ ਇੱਕ ਮੁਸਲਮਾਨਾਂ ਦਾ ਗਵਾਂਢ ਘਰ ਸੀ ਉੱਥੇ ਆਪਣਾ ਬਸੇਰਾ ਕਰ ਲਿਆ, ਉੱਥੇ ਰਾਤ ਗੁਜ਼ਾਰਨ ਦਾ ਸੋਚ ਲਿਆ ਕਿ ਸਾਡੀ ਜਿਹੜੀ ਰਾਤ ਇੱਥੇ ਗੁਜ਼ਰ ਜਾਏਗੀ, ਅਗਲੇ ਦਿਨ ਅਸੀਂ ਸਵੇਰ ਨੂੰ ਆਪਣੇ ਘਰ ਚੱਲ ਜਾਵਾਂਗੇ। ਅਤੇ ਪਰੇਸ਼ਾਨ ਬਹੁਤ ਸੀ। ਜਦੋਂ ਉਹਨਾਂ ਨੇ ਪੁੱਛਿਆ ਘਰ ਵਾਲਿਆਂ ਨੇ, ਮੁਸਲਮਾਨ ਜਿਹੜੇ ਢਿੱਲੂ ਜੱਟਾਂ ਦਾ ਘਰ ਸੀਗਾ, ਉਹਨਾਂ ਨੇ ਕਿਹਾ ਵੀ ਤੁਸੀਂ ਕਿਹੜੀ ਗੱਲੋਂ ਇੰਨੇ ਪਰੇਸ਼ਾਨ। ਉਹਨਾਂ ਨੇ ਸਾਰੀ ਗੱਲਬਾਤ ਦੱਸੀ ਵੀ ਸਾਡੇ ਇਹ ਸਾਨੂੰ ਗੱਲ ਕੀਤੀ ਹੈ ਅਤੇ ਸਾਨੂੰ ਉਸ ਘਰ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਵੀ ਤੁਸੀਂ ਇੱਥੇ ਨਾ ਰਾਤ ਗੁਜ਼ਾਰੋ, ਸਾਈਡ 'ਤੇ ਹੋ ਜਾਓ। ਉਹਨਾਂ ਨੇ ਆਪਣਾ 3 ਦਿਨ ਦਾ ਬੱਚਾ ਉਹਨਾਂ ਦੀ ਝੋਲੀ 'ਚ ਪਾਤਾ। ਉਹਨਾਂ ਨੇ ਕਿਹਾ ਲਓ ਫਿਰ ਅੱਜ ਬੱਚਾ ਜਿਹੜਾ ਨਾ ਉਹ ਤੁਹਾਡਾ ਹੋਇਆ। ਇਹ ਇੱਕ ਸਾਂਝ, ਪਿਆਰ, ਮੁਹੱਬਤ ਦੀ ਸਟੋਰੀ YouTube ਤੋਂ ਇਸ ਤੋਂ ਵਧੀਆ ਸਟੋਰੀ ਤੁਹਾਨੂੰ ਕਦੇ ਵੀ ਨਹੀਂ ਮਿਲੇਗੀ, ਕਿਉਂਕਿ ਇਹ ਮੁਸਲਮਾਨਾਂ ਨੇ ਮੁਹੱਬਤ ਔਰ ਭਾਈਚਾਰੇ ਦੀ ਇੱਕ ਅਜ਼ੀਮ ਮਿਸਾਲ ਕਾਇਮ ਕੀਤੀ ਔਰ ਆਪਣਾ 3 ਦਿਨਾਂ ਦਾ ਬੱਚਾ ਜਿਹੜਾ ਉਹਨਾਂ ਦੀ ਝੋਲੀ 'ਚ ਪਾਤਾ, ਔਰ 16 ਸਾਲ ਤੱਕ ਉਹ ਬੱਚਾ ਉਹ ਉਹਨਾਂ ਦੇ ਘਰ ਆਪਣਾ ਪਰਵਰਿਸ਼ ਪਾਈ, ਉੱਥੇ ਜਵਾਨ ਹੋਇਆ, ਉੱਥੇ ਉਹਦੀ ਮੰਗਣੀ ਆਪਣੇ ਮਾਮੇ ਦੇ ਘਰ ਹੋਈ। ਅਤੇ ਬਾਕੀ ਸਟੋਰੀ ਜਿਹੜੀ ਤੁਸੀਂ ਸਾਡੀ ਵੀਡੀਓ ਵਿੱਚ ਦੇਖੋਗੇ ਵੀ ਉਹ ਕਿਸ ਤਰ੍ਹਾਂ ਫਿਰ ਉਹਨਾਂ ਦੇ ਵਿਛੋੜੇ ਪਏ। ਹਰਬੰਸ ਸਿੰਘ ਕੌਣ ਸੀਗਾ? ਉਹ ਸਾਡਾ ਭਣਵਈਆ ਉਹਨਾਂ ਵੱਲੋਂ। ਅੱਛਾ, ਭਣਵਈਆ ਕਿਦਾਂ? ਨਾਲੇ ਕਹਿੰਦੇ ਉਹਨਾਂ ਦੀ ਔਲਾਦ ਕੋਈ ਨਹੀਂ ਸੀ। ਨਹੀਂ ਤੁਹਾਡੇ ਗੱਲ ਨਹੀਂ ਬਲਚਾਏ। ਉਹ ਇਸ ਤਰ੍ਹਾਂ ਵਾ ਕਿ ਉਹਨਾਂ ਦੀ ਤੇ ਔਲਾਦ ਨਹੀਂ ਸੀ, ਉਹ ਉਹਨਾਂ ਦੇ ਭਰਾ ਦੀ ਔਲਾਦ ਸੀ। ਅੱਛਾ ਤੇ ਉਹ ਤੇ ਆ 4-5 ਸਾਲ ਹੋ ਗਏ ਆ, ਮੈਂ ਬਿਮਾਰ ਹੋ ਗਿਆ ਤੇ ਰਾਬਤਾ ਹਟ ਗਿਆ, ਨਹੀਂ ਤੇ ਉਹ ਕੁੜੀ ਅੱਜ ਤੱਕ ਵੀ ਮੈਨੂੰ ਮਿਲਦੀ ਸੀ। ਅੱਛਾ, ਇੱਥੇ ਜਿਹੜੇ ਆਪਣੇ ਮੁਸਲਮਾਨ ਮਾਂ ਪਿਓ ਸੀਗੇ ਤੁਹਾਡੇ, ਉਹਨਾਂ 'ਚੋਂ ਤੁਹਾਡੇ ਭੈਣ ਭਰਾ ਹੋਰ ਕਿੰਨੇ ਆ? ਇੱਕ ਭਰਾ ਤੇ ਇੱਕ ਭੈਣ। ਉਹ ਛੋਟੇ ਹੋਣੇ ਕਿ ਵੱਡੇ? ਨਹੀਂ, ਵੱਡੇ। ਜਦੋਂ ਆਪਾਂ 16 ਸਾਲਾਂ ਬਾਅਦ ਇਹਨਾਂ ਨੂੰ ਮਿਲੇ, ਉਹਨਾਂ ਦਾ ਰਵੱਈਆ ਤੁਹਾਡੇ ਨਾਲ ਕਿੱਦਾਂ ਸੀ? ਖੁਸ਼ ਹੋਏ ਸੀ ਜਾਂ ਕਹਿੰਦੇ ਸੀ ਇਹ ਕਿੱਥੋਂ ਸ਼ਰੀਕ ਆ ਗਿਆ? ਮੈਂ ਤੁਹਾਨੂੰ ਬਈ ਉਹ ਤਨਜ ਦੇ ਤੌਰ ਤੇ ਕਹਿੰਦੇ ਸੀ ਲਓ ਜੀ ਸਾਡਾ ਸਿੱਖ ਭਰਾ ਆ ਗਿਆ। ਉਹ ਕੀ ਕਹਿੰਦੇ ਵੀ ਇਹ ਭਰਾ ਸ਼ਰੀਕਾ ਕਿੱਥੋਂ ਆ ਗਿਆ? ਹਾਂ, ਜਾਇਦਾਦ ਦਾ ਹਿੱਸਾ ਸਾਰਾ ਹਾਂ ਜੀ ਵੰਡ ਪੈਣੀ ਸੀ। ਵਜ੍ਹਾ ਇਹ ਸੀ ਕਿ ਉਹ ਵੱਡਾ ਸੀ ਮੇਰੇ, ਹਾਂ, ਤੇ ਬਾਕੀ ਇਹ ਵੀ ਉਹਦਾ ਰਵੱਈਆ ਜਿਹੜਾ ਸੀ ਨਾ ਚੰਗਾ ਨਹੀਂ ਸੀਗਾ। ਅੱਛਾ, ਸਿਰਫ ਕੁਦਰਤੀ ਬਾਤ ਹੁੰਦੀ ਬਜ਼ੁਰਗੋ ਕਿ ਜਦੋਂ ਆਪਾਂ ਇੰਨੀ ਦੇਰ ਬਾਅਦ ਆਣਾ ਘਰ ਦੇ ਵਿੱਚ, ਫਿਰ ਉਹ ਐਡਜਸਟ ਹੋਣਾ ਬਹੁਤ ਔਖਾ ਹੋ ਜਾਂਦਾ ਹੈ। ਬਹੁਤ ਇੱਥੇ ਜਿਨ੍ਹਾਂ ਦੇ ਬਾਹਰ ਗਏ ਉਹ ਕਈਆਂ ਸਾਲਾਂ ਬਾਅਦ ਘਰ ਆਣ ਤਾਂ ਉਹ ਨਹੀਂ ਚੰਗੇ ਲੱਗਦੇ ਹੈਗੇ। ਬਿਲਕੁਲ। ਉਹਨਾਂ ਨਾਲ ਬਾਹਰ ਰਾਬਤਾ ਰੱਖਿਆ ਕਿ ਨਹੀਂ ਰੱਖਿਆ ਜਿਹੜੇ ਆਪਣੇ ਸੀਗੇ ਚੜ੍ਹਦੇ ਪੰਜਾਬ 'ਚ? ਹਾਂ ਉਹ ਜਾ ਉਹ ਗੁਰਮੁਖਾਲੀ ਵਾਲਾ ਫਰੇਮ ਬਲਾਕ ਲਿਆ। ਲਾ ਲੈ ਮੇਰੇ ਮਾਮੇ ਦਾ ਮੁੰਡਾ ਮਸਲਾ। ਹਾਂਜੀ, ਬਖਸ਼ੀਸ਼ ਸਿੰਘ ਦਾ। ਹਾਂ, ਬਖਸ਼ੀਸ਼ ਸਿੰਘ ਦਾ? ਨਹੀਂ ਬਖਸ਼ੀਸ਼ ਸਿੰਘ ਦਾ। ਹਾਂ, ਗੁਰਮੁਖ ਸਿੰਘ ਉਹਦਾ ਨਾਮ ਆ। ਅੱਛਾ, ਤੇ ਉਹ ਤੁਹਾਨੂੰ ਬਖਾਲਦਾ। ਆਪਣਾ ਪਿੰਡ ਕਿਹੜਾ ਸੀ ਉੱਥੇ ਜਿੱਥੇ ਆਪਾਂ ਰਹਿੰਦੇ ਸੀ, ਜਿੱਥੇ ਸਰਦਾਰਾਂ ਨੂੰ ਤੁਹਾਨੂੰ ਦਿੱਤਾ ਸੀ? ਉਹ ਪਿੰਡ ਤੁਹਾਨੂੰ ਦੱਸਿਆ ਵੀ ਘਮਾਨ ਉਹਦਾ ਨਾਂ ਸੀ, ਤਹਿਸੀਲ ਬਟਾਲੇ ਵਿੱਚ ਸੀਗਾ। ਅੱਛਾ,
ਤੇ ਆਪਣਾ ਜੱਦੀ ਪਿੰਡ ਕਿਹੜਾ ਸੀ ਜਿਹੜਾ ਗੁਰਦਾਸਪੁਰ। ਹਾਂਜੀ। ਫੋਟੋ ਕਿਹਦੀ ਯਾਰ ਤੁਸੀਂ ਲੱਗਦੇ ਦਰਮਿਆਨ ਚ ਨਾ ਹੈ ਆ ਯੰਗ ਮੈਨ ਜੇ ਤੁਸੀਂ ਲੱਗਦੇ ਆ ਜੰਗਮੈਨ ਤੇ ਨਹੀਂ। ਆਹੋ। ਅੱਛਾ ਹੈ ਤੇ ਬੁੱਢਾ ਵਾਰਾ ਮੇਰਾ ਹੈ। ਹਾਂ ਹਾਂ ਫੇਟਾਂ ਤੁਸੀਂ ਹਲੇ ਇਹ ਸਾਡੇ ਮਾਮੇ ਦਾ ਮੁੰਡਾ। ਅੱਛਾ ਇਹ ਆ ਇਹਦਾ ਮੁੰਡਾ। ਆ ਇਹਦਾ ਮੁੰਡਾ ਕਹਾਂ ਹਾਂ ਆਹ ਇਹ ਜਿਹੜਾ ਇਹ ਮਹੱਲੇ ਦਾ ਬੰਦਾ ਵਾ ਇਹ ਮਹੱਲੇ ਦਾ ਬੰਦਾ ਸੀ ਹਾਂ। ਠੀਕ ਆ ਇਹ ਉੱਥੋਂ ਦੀ ਫੋਟੋ ਆ ਤੁਹਾਡੀ ਹੈ ਇਹ ਉੱਥੋਂ ਦੀ ਫੋਟੋ ਆ ਤੁਹਾਡੀ ਨਹੀਂ ਨਹੀਂ ਇਹ ਲਲਕਾਣੇ ਦੀ ਆ। ਅੱਛਾ ਇਹ ਨਨਕਾਣਾ ਸਾਹਿਬ ਆ ਗਏ ਉਹ ਆਏ ਸੀਗੇ ਤੇ ਇਸ ਤਰ੍ਹਾਂ। ਠੀਕ ਆ ਫੇ ਕਿੱਦਾਂ ਇੰਨੀ ਦੇਰ ਬਾਅਦ ਮਿਲੇ ਕਿੱਦਾਂ ਲੱਗਾ ਉਹ ਹੋਏ ਵੀ ਉਹ ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ ਵਾਂ ਵੀ ਇਸ ਤੋਂ ਪਹਿਲੋਂ ਇੱਕ ਗਰੁੱਪ ਆਇਆ। ਅੱਛਾ ਮੈਂ ਸੜਕੇ ਤੁਰਿਆ ਜਾਣ ਡਿਆ ਇਧਰਲੇ ਪਾਸੇ ਉਹ ਉਧਰਲੇ ਪਾਸਿਓਂ ਜਾਣ ਡਏ ਆ। ਉਹਨਾਂ ਦੇ ਵਿੱਚ ਇੱਕ ਮੇਰਾ ਜਮਾਤੀ ਮੁੰਡਾ ਸੀਗਾ। ਉਹਨੇ ਪਛਾਣ ਲਿਆ। ਪਛਾਣ ਕੇ ਉਹਨੇ ਕਿਹਾ ਵੀ ਇਸ ਬੰਦੇ ਨੂੰ ਘਲਿਆਰੋ ਮੈਨੂੰ ਸ਼ੱਕ ਪੈਂਦਾ ਵਾ ਭਈ ਇਹ ਮੇਰਾ ਜਮਾਤੀ ਆਦਮੀ ਆ। ਖਲੋ ਗਏ। ਉਹਨਾਂ ਨੇ ਜਿਸ ਦੁਆ ਸਲਾਮ ਕੀਤੀ ਮੇਰਾ ਹੱਕ ਬਣਦਾ ਸੀ ਫਿਰ ਸਾਰਿਆਂ ਨਾਲ ਦੁਆ ਸਲਾਮ ਕੀਤੀ। ਉਹ ਪੁੱਛਣ ਲੱਗ ਪਏ ਭਾਈ ਜੀ ਤੁਸੀਂ ਕਿੱਥੋਂ ਆਏ ਜੇ ਕਿੱਥੇ ਰਹਿਣ ਡਏ ਜੇ। ਉਹ ਗੱਲਾਂ ਕਰਦਾ ਰਿਹਾ। ਮੈਨੂੰ ਪੁੱਛਿਆ ਮੈਂ ਕਿਹਾ ਮੈਂ ਫਲਾਂ ਜਗ੍ਹਾ ਦਾ ਵਾਂ ਆ ਮੇਰਾ ਨਾਮ ਆ ਇਸ ਤਰ੍ਹਾਂ ਅੱਛਾ ਉਹ ਜੀ ਜਿਹੜਾ ਮੇਰਾ ਜਮਾਤੀ ਸੀ ਨਾ ਉਹਨੇ 5-7 ਗਾਲਾਂ ਕੱਢ ਕੇ ਕਹਿੰਦਾ ਮੈਂ ਯਾਰ ਤੇਰੇ ਮੂੰਹ ਵੱਲ ਵੇਖਣ ਡਿਆ ਵਾਂ ਤੂੰ ਐਵੇਂ ਬਕਵਾਸ ਕਰੀ ਜਾਣ ਡਿਆ। ਅੱਛਾ ਉਹ ਮੇਰੇ ਤੜਾਕ ਜੇਨ ਚ ਆਈ ਵੀ ਇਹ ਮੈਨੂੰ ਜਾਣਦਾ ਵਾ। ਇਹ ਭਾਵੇਂ ਕੁਛ ਵੀ ਆ ਇਹ ਦੂਸਰੇ ਮੁਲਕ ਚ ਆਇਆ ਮੈਨੂੰ ਗਾਲ ਨਹੀਂ ਸੀ ਕੱਢ ਸਕਦਾ। ਇਹ ਕੋਈ ਲੰਗੋਟੀਆ ਲੱਗਦਾ ਹੈ ਇਹ ਕੋਈ ਲੰਗੋਟੀਆ ਲੱਗਦਾ। ਅੱਛਾ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਬੜੇ ਚਿਰ ਬਾਅਦ ਕਿਸੇ ਦੇ ਮੂੰਹ ਗਾਲਾਂ ਸੁਣੀਆਂ ਸਵਾਦ ਆ ਗਿਆ। ਅਤੇ ਸਵਾਦ ਆ ਗਿਆ ਤੇ ਪਰ ਜੇ ਕਿਤੇ ਨਾ ਲੈ ਕੇ ਆਪਣਾ ਗਾਲ ਕੱਢੇ ਫਿਰ ਮੈਨੂੰ ਹੋਰ ਖੁਸ਼ੀ ਹੋ। ਅੱਛਾ ਫਿਰ ਦੱਸਣਾ ਪਿਆ ਇੱਕ ਦੂਸਰੇ ਨੂੰ। ਉਹਨੇ ਮੈਨੂੰ ਕਿਹਾ ਕਿ ਯਾਰ ਫੋਟੋ ਲਾਉਣੀ ਚਾਹੀਦੀ ਆ। ਅਸੀਂ 3-4 ਜਣਿਆਂ ਨੇ ਖਲੋ ਕੇ ਲਵਾਈ। ਉਹ ਘਰ ਲੈ ਕੇ ਗਿਆ ਉਹਨੇ ਜਾ ਕੇ ਵਿਖਾ ਲਈ ਭਈ ਆ ਮੈਨੂੰ ਮਿਲਿਆ ਸੀਗਾ ਇਸ ਤਰ੍ਹਾਂ। ਫਿਰ ਉਹਨਾਂ ਦਾ ਰਾਬਤਾ ਮੇਰੇ ਨਾਲ ਹੁਣ ਹੈਗਾ ਰਾਬਤਾ ਕਿ ਨਹੀਂ? ਹੁਣ 2-3 ਘਰਾਂ ਨਾਲ ਹੈਗਾ। ਤੁਹਾਡੇ ਮਾਤਾ ਪਿਤਾ ਹੈਗੇ ਕਿ ਪੂਰੇ ਹੋ ਗਏ? ਨਾ ਜੀ ਉਹ ਬੜੇ ਚਿਰ ਤੇ ਪੂਰੇ ਹੋ ਗਏ। ਅੱਛਾ ਮਾਮਾ ਵੀ? ਹਾਂ ਇਹ ਜਿਹੜਾ ਗੁਰਮੁਖ ਸਿੰਘ ਵਾ ਇਹ ਵੀ ਪੂਰਾ ਹੋ ਗਿਆ ਵਾ। ਹੁਣ ਗਾੜੀ ਇਹਦੀ ਔਲਾਦ ਆ। ਹੁਣ ਚੇਤੇ ਨਹੀਂ ਕਦੇ ਆਉਂਦੇ ਉਦਾਂ ਉਹ ਟਾਈਮ ਜਿਹੜਾ 16 ਸਾਲ ਲੰਘੇ ਉਹਨਾਂ 'ਚ? ਆਉਂਦਾ ਵਾ ਕੀ ਕਰ ਸਕਦੇ ਆ ਕੋਈ ਗੱਲ ਨਹੀਂ ਕਰ ਸਕਦੇ। ਅੱਛਾ ਜੇ ਜਰਾ ਕਿ ਜਿੰਨੀ ਗੱਲ ਹੋਵੇ ਤਾਂ ਸਾਡੇ ਘਰ ਦੇ ਹੀ ਨਾਰਾਜ਼ ਹੋ ਜਾਂਦੇ ਆ ਵੀ ਤੈਨੂੰ ਹਰ ਵੇਲੇ ਉਹਨਾਂ ਦੀ ਉਹ ਪਈ ਰਹੀ। ਉਹਨਾਂ ਨੂੰ ਕੀ ਪਤਾ ਵੀ 16 ਸਾਲ ਕਿੱਦਾਂ ਲੰਘੇ ਉਹਨਾਂ ਵਿੱਚ? ਉਹ ਉਹਨਾਂ ਨੂੰ ਸਾਰਾ ਕੁਝ ਦੱਸਿਆ। ਅੱਛਾ ਤੇ ਪਰ ਇਹ ਵੀ ਉਹ ਬੁਰਾ ਮਨਾਉਂਦੇ ਆ। ਅੱਛਾ ਉੱਥੇ ਤੁਹਾਡੀ ਜਿਹੜੀ ਮਾਤਾ ਸੀ ਸਰਦਾਰਨੀ ਹਾਂ ਉਹਦੀ ਜਿਹੜੀ ਭੈਣ ਤੁਹਾਡੀ ਮਾਸੀ ਆ ਉਹਦੇ ਵੱਲ ਵੀ ਜਾਂਦੇ ਹੁੰਦੇ ਸੀ? ਹਾਂਜੀ। ਕੀ ਨਾਂ ਸੀ ਉਹਦਾ? ਉਹਦਾ ਨਾਂ ਚਰਨਕੌਰ ਸੀ। ਅੱਛਾ ਬੰਦੇ ਉਹਦੇ ਦਾ ਨਾਂ ਸੀਗਾ ਇਹ ਸੂਰਤਾ ਸਿੰਘ। ਉਹਦੇ ਬਾਰੇ ਮਾਸੜ ਤੁਹਾਡੇ ਦਾ? ਹਾਂ ਅੱਛਾ ਹਾਂਜੀ ਅੱਛਾ ਉਹ ਵੀ ਚੰਗਾ ਤੇ ਕਰਦੇ ਸੀ? ਉਹ ਇੱਥੋਂ ਤੱਕ ਵੀ ਹੁਣ ਤੁਸੀਂ ਯਾਰ ਤੈਨੂੰ ਕਿੱਦਾਂ ਪਤਾ ਲੱਗ ਗਿਆ ਇਸ ਗੱਲ ਦਾ? ਅੱਛਾ ਮੈਂ ਹੁਣ ਗੱਲ ਕਰਦਾ। ਫਿਰ ਜਦੋਂ ਦੀਪੋ ਮਰ ਗਈ ਨਾ ਤੇ ਮੈਂ ਕਹਿੰਦਾ ਸੀ ਵੀ ਮੈਂ ਨਹੀਂ ਜਾਣਾ। ਅੱਛਾ ਮਾਈ ਮੇਰੀ ਆਪਣੀ ਭੈਣ ਕੋਲ ਮਾਸੀ ਸਾਡੀ ਕੋਲ ਲੈ ਕੇ ਗਏ ਸੀ। ਅੱਛਾ ਉਹ ਅੱਲਾ ਤੁਹਾਡਾ ਭਲਾ ਕਰੇ ਉਹਨਾਂ ਦੇ ਘਰ ਗਏ 2 ਰਾਤਾਂ ਰਹੇ ਹੈ
ਇੱਕ ਰਾਤ ਜਿਸੇ ਗੁਜਰੀ ਤੇ ਮਾਈ ਨੇ ਕਿਹਾ ਵੀ ਜੇ ਤੂੰ ਚੰਗਾ ਸਮਝਦਾ ਆ ਕੁੜੀ ਦੀ ਸ਼ਾਦੀ ਤੇਰੇ ਨਾਲ ਕਰ ਦਿੰਦੇ ਆ। ਉਹਨਾਂ ਦੀ ਮਾਸੀ ਦੀ ਜਿਹੜੀ ਸੀ ਮਸੇਰ ਨਾ। ਹਾਂ ਹਾਂ ਅੱਛਾ, ਤੇ ਯਕੀਨ ਕਰੋ ਉਹ ਵੀ ਸਾਨੂੰ ਲਲਕਾਣੇ ਮਿਲ। ਅੱਛਾ, ਉਹ ਵੀ ਨਨਕਾਣੇ ਮਿਲ ਗਏ। ਹਾਂ ਉਹ ਕੁੜੀ ਵੀ। ਹਾਂ ਕੀ ਬਾਤ ਆ। ਅੱਛਾ, ਤੇ ਬਲਕਿ ਇੱਥੋਂ ਤੱਕ ਭਈ ਉਹਨੂੰ ਮੈਨੂੰ ਇਸ ਤਰ੍ਹਾਂ ਪੁੱਛਿਆ ਤੇਰਾ ਨਾਂ ਕੀ ਆ? ਹਾਂ ਮੈਂ ਕਿਹਾ ਮਨਜ਼ੂਰ ਅਹਿਮਦ। ਹਾਂ ਪਹਿਲੋਂ ਕਹਿੰਦੇ ਕੀ ਨਾਂ ਸੀ? ਉਹ ਜਿਸ ਨੇ ਇਹ ਕਿਹਾ ਮੈਂ ਕਿਹਾ ਯਾਰ ਇਹ ਕੋਈ ਪੈਸੀ ਆ। ਮੈਂ ਕਿਹਾ ਵੀ ਨਹੀਂ ਮੇਰਾ ਇਹੋ ਹੀ ਨਾਂ ਸੀ। ਕਹਿੰਦੇ ਵੀ ਨਹੀਂ ਸੱਚ ਦੱਸ। ਬੈਠੇ ਗੁਰਦੁਆਰੇ ਵੱਡੇ ਚ ਵਿੱਚ ਸੀ, ਕਹਿੰਦੀ ਗੁਰੂ ਘਰ ਚ ਬੈਠੇ ਨਹੀਂ ਬੋਲਣਾ ਹੈਗਾ। ਅੱਛਾ, ਮੈਂ ਫਿਰ ਦੱਸ ਦਿੱਤਾ। ਅੱਛਾ, ਕਹਿੰਦੀ ਮੈਂ ਕੱਲ ਦੀ ਤੇਰੇ ਮੂੰਹ ਵੱਲ ਵੇਖਣ ਡਈ ਆ ਵੀ ਲੱਗਦਾ ਉਹ ਹੋਈ ਆ। ਅੱਛਾ, ਫਿਰ ਮੈਂ ਦੱਸਿਆ ਵੀ ਆਹ ਮੇਰੀ ਘਰ ਵਾਲੀ ਆ। ਅੱਛਾ, ਯਕੀਨ ਕਰਿਓ ਵੀ ਉਸ ਕੁੜੀ ਨੇ ਮੇਰੀ ਘਰ ਵਾਲੀ ਦੀ ਇੰਨੀ ਇੱਜ਼ਤ ਕੀਤੀ ਕਿ ਉੱਠ ਕੇ ਪੈਰਾਂ ਨੂੰ ਹੱਥ ਲਾਇਆ ਕਿ ਤੂੰ ਮੇਰੀ ਵੱਡੀ ਭਰਜਾਈ। ਅੱਛਾ, ਬੜੀ ਗੱਲ। ਬੜੇ ਜੀ ਮਿਲੇ ਆ ਇੱਥੇ ਮੈਨੂੰ, ਵਾਕਫ ਵੀ ਮਿਲੇ, ਨਵਾਕਫ ਵੀ ਮਿਲੇ। ਬਾਕੀ ਇਹ ਵੀ ਜਦੋਂ ਦਾ ਮੈਂ ਬਿਮਾਰ ਹੋਇਆ ਉਦੋਂ ਦਾ ਰਾਬਤਾ ਜਿਹੜਾ ਨਹੀਂ ਹੈ ਕਿ ਇੱਕ ਤੇ ਕੰਨ ਨਹੀਂ ਸੁਣ, ਹਾਂ ਮੈਂ ਕਿਸੇ ਨਾਲ ਗੱਲ ਨਹੀਂ ਕਰ ਸਕਦਾ। ਅੱਛਾ, ਤੇ ਉਸ ਤਰ੍ਹਾਂ ਮੇਰੇ ਕੋਲ ਐਡਰੈਸ ਹੈਗੇ ਆ, ਜਦੋਂ ਦਿਲ ਕਰੇ ਟੈਲੀਫੋਨ ਤੇ ਵੀ ਗੱਲ ਕਰ ਸਕਦੇ, ਮੋਬਾਈਲ ਤੇ ਵੀ ਕਰ ਸਕਦੇ। ਅੱਛਾ, ਕਿਆ ਫਿਰ ਤੁਸੀਂ ਜਦੋਂ ਇੱਥੇ ਆਪਣੇ ਆ ਗਏ ਆ, ਆਪਣੇ ਮਾਪਿਓ ਕੋ ਜ਼ਾਹਰਾ ਉਹਨਾਂ ਕੋ ਰਹਿੰਦੇ, ਜੂੰਡਾ ਵੀ ਰੱਖਿਆ, ਬਾਲ ਜਿਹੜੇ ਰੱਖੇ ਨੇ ਆ, ਪੱਗ ਵੀ ਦੂਜੀ ਬੰਨ੍ਹਦੇ ਸੀ, ਤਾਂ ਫਿਰ ਕਿੱਦਾਂ ਆਪਣੇ ਆਪ ਨੂੰ ਚੇਂਜ ਕੀਤਾ, ਬਦਲਿਆ ਕਿੱਦਾਂ? ਯਾਰ ਹਾਂ ਵੀ ਗੱਲ ਬੜੀ ਭਾੜੀ ਆ। ਇਹ ਮਾਮਾ ਮੇਰਾ ਨਾ ਲੈ ਕੇ ਮੈਨੂੰ ਜਲੰਧਰ ਗਿਆ। ਹਾਂ, ਹੁਣ ਮੈਂ ਵੀ ਸਿਰ ਤੇ ਪੱਗ ਬੱਧੀ ਸੀ, ਉਹਨਾਂ ਨੇ ਬੱਧੀ ਸੀ। ਅੱਛਾ, ਤੇ ਉਹ ਇੱਕ ਹਮਾਮ ਚ ਜਾ ਵੜੇ, ਉਹ ਦੁਕਾਨ ਵਾਲੇ ਵੇਖਣ ਵੀ ਇਹ ਕੀ ਕਰਨਾ ਹੈ, ਬਾਲ ਤਾਂ ਕਟਾਉਂਦੇ ਨਹੀਂ ਹੈਗੇ ਇਹ। ਹਾਂ, ਇਹ ਕੀ ਕਰਨਾ ਹੈ? ਹਾਂਜੀ ਦੱਸੋ ਜੀ ਸਰਦਾਰ ਜੀ ਕਿਸ ਤਰ੍ਹਾਂ? ਕਹਿੰਦੇ ਵੀ ਆ ਸਾਡੇ ਮੁੰਡੇ ਨੂੰ ਦਲੀਪ ਕੁਮਾਰ ਬਣਾ ਦਿਓ। ਅੱਛਾ, ਦਲੀਪ ਕੁਮਾਰ ਬਣਾ ਦਿਓ। ਆਹੋ, ਪਰ ਉਹਨਾਂ ਨੇ ਫਿਰ ਮੇਰੇ ਵਾਲ ਜਿਹੜੇ ਕੱਢ ਦਿੱਤੇ। ਅੱਛਾ, ਸ਼ੁਰੂ ਹਮਾਮਾਂ ਵਿੱਚ ਤਸਵੀਰਾਂ ਵੀ ਐਕਟਰਾਂ ਦੀਆਂ ਲਾਈਆਂ ਹੁੰਦੀਆਂ ਸੀ ਨਾ, ਵੀ ਫਲਾਣੇ ਦੀ ਕਟਿੰਗ ਸਟਾਈਲ ਬਣਾਏ ਹੁੰਦੇ ਸੀ ਨਾ। ਹਾਂ, ਸਟਾਈਲ ਬਣਾਏ ਹੁੰਦੇ ਸੀ ਫਿਲਮੀ ਐਕਟਰਾਂ ਦੇ ਹਮਾਮਾਂ 'ਚ। ਹਾਂ, ਤੁਹਾਨੂੰ ਫਿਰ ਦਲੀਪ ਕੁਮਾਰ ਬਣਾਤਾ। ਉਹ ਬਸ ਉਹ ਇੱਕ ਗੱਲ ਸੀ ਨਾ ਭਈ ਇਹਦੇ ਵਾਲ ਕੱਟ ਦਿਓ, ਕੱਟ ਦਿੱਤੇ। ਤਕਲੀਫ ਤਾਂ ਬੜੀ ਹੋਈ ਹੋਣੀ ਜਦੋਂ ਵਾਲ ਕਟਾਏ। ਤਕਲੀਫ ਤੇ ਹੋਣੀ ਭਈ ਇੰਨੇ ਸਾਲਾਂ ਦੇ ਸਾਂਭੇ। ਅੱਛਾ, ਤੇ ਇੱਕ ਮਿੰਟ ਸਕਿੰਟ ਦੇ ਵਿੱਚ ਅੱਛਾ, ਪਿਆਰ ਉਧਰਲੇ ਮਾਪਿਓ ਤੋਂ ਜ਼ਿਆਦਾ ਮਿਲਿਆ ਜਾਂ ਇੱਧਰ ਵਾਲੇ ਮਾਪਿਓ ਤੋਂ ਨਹੀਂ? ਜ਼ਿਆਦਾ? ਉਹਨਾਂ ਕੋਲੋਂ ਇਹਨਾਂ ਕੋਲ ਅੱਛਾ, ਨਹੀਂ ਮਿਲਿਆ ਨਹੀਂ। ਇਹਨਾਂ ਲਈ ਤਾਂ ਫਿਰ ਤੁਸੀਂ ਪ੍ਰਾਹੁਣੇ ਹੀ ਹੋਏ ਨਾ। ਬਿਲਕੁਲ ਅਜਨਬੀਆਂ ਤਰ੍ਹਾਂ ਹੀ ਰਹੇ ਫਿਰ ਜਿੰਨੀ ਦੇਰ। ਬਿਲਕੁਲ ਬਿਲਕੁਲ। ਇੱਥੇ ਆ ਕੇ ਫਿਰ ਨਵੇਂ ਸਿਰੇ ਵਿਆਹ ਕਿਹੜੀ ਜਗ੍ਹਾ ਹੋਇਆ? ਵਿਆਹ ਜਿਹੜਾ ਇਧਰੋਂ ਮਾਮਾ ਸੀ, ਅੱਛਾ, ਉਹਨਾਂ ਦੇ ਘਰ। ਬੱਚੇ ਕਿੰਨੇ ਆਪਣੇ ਹੁਣ? 4 ਬੱਚੀਆਂ ਤੇ 1 ਬੱਚਾ। 1 ਬੱਚਾ। ਸ਼ਾਇਰੀ ਜਿਹੜੀ ਫਿਰ ਤੁਸੀਂ ਸ਼ੁਰੂ ਕੀਤੀ ਆ ਆਪਣੀ, ਉਹ ਉਹਨਾਂ ਦੀ ਯਾਦ ਵਿੱਚ ਵੀ ਕੁਝ ਲਿਖਿਆ? ਬੜਾ ਕੁਛ। ਅੱਛਾ, ਕੁਝ ਯਾਦ ਆ? ਬਹੁਤ ਕੁਛ ਯਾਦ ਆ। ਸੁਣਾਓ ਹਾਂ ਮਾੜਾ ਜਿਹਾ ਕੋਈ 2-4 ਸ਼ੇਰ। ਇਹ ਜਿਹੜੇ ਸ਼ੇਰ ਮੈਂ ਕਹੂੰਗਾ ਬਾਰਡਰੋਂ ਪਰਲੇ ਪਾਸੇ ਖਲੋ ਕੇ ਕਹੂੰਗਾ। ਹਾਂ, ਅੱਛਾ, ਹਾਂ ਜੀ। ਉਹ ਮਸਲ ਉਹਨਾਂ ਦਾ ਮਸਲਾ ਜੋ ਹੈ ਵਿੱਚ ਇਸ ਤਰ੍ਹਾਂ ਕਹਿ ਲਓ, ਮੈਂ ਤੇ ਜਾਣਾ ਜਨਮ ਦੀ ਪ੍ਰੀਤ ਪੁਰਾਣੀ ਸਾਡੀ, ਲੋਕਾਂ ਭਾਣੇ ਹੁਣ ਹੋਈ ਏ ਸ਼ੁਰੂ ਕਹਾਣੀ ਸਾਡੀ। ਕ੍ਰਿਸ਼ਨ ਮੁਰਾਰੀ ਵਾਂਗਰ ਉਦੋਂ ਮੈਂ ਵੀ ਸਾਂ ਇੱਕ ਰਾਜਾ, ਉਹ ਵੀ ਰਾਧਾ ਤੋਂ ਘੱਟ ਨਹੀਂ ਸੀ, ਰਾਧਾ ਰਾਣੀ ਸਾਡੀ।
ਸਾਡੀਆਂ ਗੱਲਾਂ ਬਾਤਾਂ ਸੁਣ ਕੇ ਦਾਨੇ ਦੰਗ ਸੀ ਹੁੰਦੇ। ਸਾਡੀਆਂ ਗੱਲਾਂ ਬਾਤਾਂ ਸੁਣ ਕੇ ਦਾਨੇ ਦੰਗ ਸੀ ਹੁੰਦੇ। ਉਦਾਂ ਤੇ ਉਸ ਵੇਲੇ ਹੈ ਸੀ ਉਮਰ ਅਣਜਾਣੀ ਸਾਡੀ। ਆਣ ਪਈ ਬਿਰਹਾ ਦੀ ਬਿਜਲੀ ਪਿਆਰ ਦੇ ਬੂਟੇ ਉੱਤੇ। ਆਣ ਪਈ ਬਿਰਹਾ ਦੀ ਬਿਜਲੀ ਪਿਆਰ ਦੇ ਬੂਟੇ ਉੱਤੇ। ਆਸ ਦੇ ਫੁੱਲਾਂ ਵਾਲੀ ਸੜ ਗਈ ਟਾਹਣੀ ਟਾਹਣੀ ਸਾਡੀ। ਤੇ ਕਜ਼ਾ ਦੀ ਘੋੜੀ ਚੜ੍ਹ ਕੇ, ਕਜ਼ਾ ਦੀ ਘੋੜੀ ਚੜ੍ਹ ਕੇ ਸਾਡਾ ਸੱਜਣ ਤੁਰ ਗਿਆ ਜੁਗਨੋਂ। ਹੋ ਕੇ ਹਾਵਾਂ ਜੋਗੀ ਰਹਿ ਗਈ ਜਿੰਦ ਨਮਾਣੀ ਸਾਡੇ। ਸਾਡੇ ਨਾਲ ਸੀਗੇ ਜੀ ਬਾਬਾ ਜੀ ਮਨਜ਼ੂਰ ਅਹਿਮਦ ਜੁਗਨੂ, ਜਿਨ੍ਹਾਂ ਦੀ ਕਹਾਣੀ ਤੁਸੀਂ ਸੁਣੀ ਆ। ਅੱਜ ਤਾਈਂ ਉਹ ਭੁੱਲੇ ਨਹੀਂ ਹੈਗੇ ਆਪਣੇ ਉਸ ਵੇਲੇ ਨੂੰ, ਆਪਣੇ ਉਸ ਮਾਂ-ਬਾਪ ਨੂੰ, ਉਸ ਆਪਣੇ ਮਾਮੇ ਨੂੰ, ਮਾਮੇ ਦੀ ਔਲਾਦ ਨੂੰ, ਤੇ ਉਹ ਸਮੇਂ ਨੂੰ। ਦੱਸਦੇ ਆ ਕਿ ਮੈਨੂੰ ਜਿੰਨਾ ਪਿਆਰ ਉਹਨਾਂ ਕੋਲ ਮਿਲਿਆ ਇੱਥੇ ਆ ਕੇ ਆਪਣੇ ਸਕੇ ਮਾਂ ਪਿਓ ਕੋਲੋਂ ਵੀ ਨਹੀਂ ਮਿਲਿਆ। ਇਹ ਹੈ ਸਾਂਝ ਔਰ ਪਿਆਰ ਦੀ, ਮੁਹੱਬਤ ਦੀ ਇੱਕ ਅਨੋਖੀ ਕਹਾਣੀ, ਜਿਹਦੇ ਵਿੱਚ ਮਨਜ਼ੂਰ ਅਹਿਮਦ ਚਰਨ ਸਿੰਘ ਬਣਿਆ, ਫਿਰ ਦੁਬਾਰਾ ਇਹਨੂੰ ਮਨਜ਼ੂਰ ਅਹਿਮਦ ਬਣਨਾ ਪਿਆ। ਮਨਜ਼ੂਰ ਅਹਿਮਦ ਤੋਂ ਬਾਅਦ ਫਿਰ ਇਹ ਜੁਗਨੂ ਬਣੇ। ਇਹ ਸਾਰਾ ਸਫ਼ਰ ਜਿਹੜਾ, ਇਹਦੇ ਵਿੱਚ ਇਹਨਾਂ ਦਾ ਦਰਦ ਜਿਹੜਾ ਆ ਉਹ ਵੀ ਤੁਸੀਂ ਦੇਖਿਆ ਕਿ ਗੱਲ ਕਰਦਿਆਂ ਹੋਏ ਇਹਨਾਂ ਦੀ ਆਵਾਜ਼ ਜਿਹੜੀ ਭਾਰਾਂ ਦੀ ਸੀਗੀ, ਨਹੀਂ ਸੀ ਲੱਬੋ ਲਹਿਜਾ ਸਾਥ ਦਿੰਦਾ। ਇਹ ਸਾਂਝਾਂ, ਇਹ ਮੁਹੱਬਤਾਂ ਇਸੇ ਤਰ੍ਹਾਂ ਬਣੀਆਂ ਰਹਿਣ, ਇਸੇ ਤਰ੍ਹਾਂ ਹੀ ਇਹ ਜਿਹੜੀਆਂ ਮੁਹੱਬਤਾਂ ਜਿਹੜੀਆਂ ਇਹ ਕਾਇਮ ਰਹਿਣ। ਆਉਣ ਵਾਲੇ ਟਾਈਮ ਦੇ ਵਿੱਚ ਨੇੜੇ ਹੋਣ ਇੱਕ ਦੂਜੇ ਦੇ ਲੋਕ, ਦੂਰੀਆਂ ਖਤਮ ਹੋਣ। ਸਾਡੇ ਚੈਨਲ ਦਾ ਵੀ ਇਹੀ ਸੁਨੇਹਾ ਆ ਤੇ ਸਾਡੀ ਸੋਚ ਵੀ ਇਹੀ ਆ। ਰੱਬ ਕਰੇ ਇਹ ਜਿਹੜੇ ਵਿਛੋੜੇ ਆ ਇਹ ਮਿਲਣ ਦੇ ਵਿੱਚ ਬਦਲ ਜਾਣ। ਤੇ ਸਾਡੇ ਨਾਲ ਜੁੜੇ ਰਹੋ ਜੀ। ਕੋਈ ਹੋਰ ਨਵੀਂ ਵੀਡੀਓ, ਨਵਾਂ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ।